ਲੜੀਵਾਰ ਕਥਾ ਰਾਗ ਬਿਲਾਵਲ ਵਿੱਚ ਆਪ ਜੀ ਸਰਵਣ ਕਰ ਰਹੇ ਹੋ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਨੇ। ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ। ਸ਼ਾਂਤ ਇੱਕ ਓੰਕਾਰ ਸਤਿਗੁਰ ਪ੍ਰਸਾਦ। ਬਿਲਾਵਲ ਰਾਗ ਹੈ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ਼ਬਦ ਹੈ ਛੰਤ। ਇਹ ਪਾਵਨ ਛੰਤ ਹਨ। ਮੰਗਲਾਚਰਨ ਕਰਦੇ ਨੇ। ਅਕਾਲ ਪੁਰਖ ਇੱਕ ਅਦੁੱਤੀ ਹੈ, ਓੰਕਾਰ ਸਾਰਿਆਂ ਵਿੱਚ ਵਿਆਪਕ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੁਆਰਾ ਤਿਸ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਸਖੀ ਆਓ ਸਖੀ ਵਸ ਆਓ ਸਖੀ। ਅਸੀਂ ਪਿਰ ਕਾ ਮੰਗਲ ਗਾਵਹਿ। ਆਓ ਸਖੀਓ ਆਓ। ਆਪਣੇ ਮਿੱਤਰਾਂ ਨੂੰ ਸੰਬੋਧਨ ਕਰਕੇ ਆਓ ਸਖੀਓ, ਜਗਿਆਸੂਓ ਆਓ। ਵਸ ਦਾ ਮਤਲਬ ਹੁੰਦਾ ਆਓ ਇਕੱਠੇ ਹੋਈਏ, ਆਪਾਂ ਸੰਗਤ ਕਰੀਏ। ਵਸ ਆਓ ਸਖੀ ਯਾਨੀ ਕਿ ਵਸ ਯਾਨੀ ਕਿ ਆ ਇੱਕ ਜਗ੍ਹਾ ਤੇ ਇਕੱਤਰ ਹੋਈਏ, ਇਕੱਠੇ ਹੋਈਏ। ਜਿਵੇਂ ਹੁਣ ਆਪਾਂ ਬੈਠੇ ਹਾਂ ਜੁੜ ਕੇ, ਮਿਲ ਕੇ ਆਪਣੇ ਪਿਰ ਵਾਹਿਗੁਰੂ ਪਰਮੇਸ਼ਰ ਦੇ ਮੰਗਲ ਗਾਈਏ। ਪਿਰ ਕਾ ਮੰਗਲ ਗਾਵਹਿ। ਆਓ ਰਲ ਕੇ ਆਪਣੇ ਮਾਲਕ ਦੀਆਂ ਵਡਿਆਈਆਂ ਕਰੀਏ, ਆਪਣੇ ਸਾਹਿਬ ਦੀਆਂ ਸਿਫਤਾਂ ਕਰੀਏ, ਆਪਣੇ ਪਤੀ ਪਰਮੇਸ਼ਰ ਦੀਆਂ ਵਡਿਆਈਆਂ ਕਰੀਏ। ਸਾਡਾ ਪਤੀ ਕੈਸਾ ਹੈ। ਮੰਗਲ ਦਾ ਮਤਲਬ ਵੀ ਉਹਦੇ ਸੋਹਲੇ ਗਾਈਏ, ਉਹਦੀਆਂ ਸਿਫਤਾਂ ਕਰੀਏ, ਉਹਦੀ ਸੋਭਾ ਗਾਈਏ, ਉਹਦੇ ਮੰਗਲ ਗਾਈਏ। ਇਹ ਸੰਗਤ ਕਰਨ ਦਾ ਹੁਕਮ ਕਰ ਰਹੇ ਨੇ ਪੰਜਵੇਂ ਪਾਤਸ਼ਾਹ ਸਾਨੂੰ। ਸਤ ਸੰਗਤ ਜ਼ਰੂਰ ਕਰਨੀ ਹੈ ਸਿੱਖ ਨੇ। ਇਹ ਜੀਵਨ ਦਾ ਨੇਮ ਬਣਾ ਲੈ। ਮਨ ਨੂੰ ਟਿਕਾਉਣ ਦਾ ਸਭ ਤੋਂ ਸੁਖੈਨ ਤੇ ਸਰਲ ਤਰੀਕਾ ਹੈ ਸਤ ਸੰਗ ਕਰਨਾ। ਅਸੀਂ ਕਹਿੰਦੇ ਆ ਨਾ ਵੀ ਸਾਡਾ ਮਨ ਨਹੀਂ ਟਿਕਦਾ, ਘਰ ਬੈਠਿਆਂ ਨਹੀਂ ਟਿਕਣਾ। ਸਤ ਸੰਗਤ ਇੱਕ ਐਸਾ ਸੁੰਦਰ ਤਰੀਕਾ ਗੁਰਦੇਵ ਨੇ ਸਾਨੂੰ ਜੁਗਤੀ ਦਿੱਤੀ ਹੈ, ਜਿੱਥੇ ਆ ਕੇ ਟਿਕਣਾ ਸ਼ੁਰੂ ਹੋ ਜਾਂਦਾ, ਟਿਕਣ ਲੱਗ ਪੈਂਦਾ। ਇਸ ਕਰਕੇ ਮਹਾਰਾਜ ਜੀ ਨੇ ਸਾਨੂੰ ਹੁਕਮ ਕੀਤਾ ਸੰਗਤ ਕਰਨ ਦਾ। ਪਾਤਸ਼ਾਹ ਕਹਿੰਦੇ ਆਓ ਸਖੀਏ ਆਓ, ਆਪਾਂ ਇੱਕ ਜਗ੍ਹਾ ਤੇ ਇਕੱਤਰ ਹੋਈਏ, ਸੰਗਤ ਕਰੀਏ ਤੇ ਸਤ ਸੰਗ ਕਰਕੇ ਆਪਣੇ ਪਿਰ ਦੀਆਂ, ਆਪਣੇ ਮਾਲਕ ਦੀਆਂ ਵਡਿਆਈਆਂ ਗਾਈਏ। ਤਜ ਮਾਨ ਸਖੀ ਤਜ ਮਾਨ ਸਖੀ। ਮਤ ਆਪਣੇ ਪ੍ਰੀਤਮ ਭਾਵਹਿ। ਇਹ ਸਖੀਏ ਪਹਿਲਾ ਮਾਣ ਤਜ ਆਪਣੇ ਅੰਦਰੋਂ, ਮਾਣ ਤਜ ਮਾਣ। ਕਾਹਦਾ ਗਰੂਰ ਚੁੱਕੀ ਫਿਰਦੀਆਂ ਆਪਣੇ ਮਨ 'ਚ, ਕਾਹਦਾ ਮਾਣ? ਮਾਣ ਤਜ। ਤਜ ਮਾਨ ਸਖੀ। ਜਾਤੀ ਦਾ ਮਾਣ ਛੱਡ, ਤਨ ਦਾ ਮਾਣ ਛੱਡ। ਜਿੰਨੇ ਵੀ ਮਾਣ ਨੇ ਸਭ ਤਿਆਗ ਤੇ ਮਾਣ ਛੱਡ ਕੇ। ਹੇ ਸਖੀ, ਜੇ ਤੂੰ ਮਾਣ ਛੱਡ ਕੇ ਆਵੇਂਗੀ ਗੁਰੂ ਕੀ ਸੰਗਤ ਵਿੱਚ ਤੇ ਫਿਰ ਤੂੰ ਆਪਣੇ ਮਾਲਕ ਨੂੰ, ਆਪਣੇ ਪ੍ਰੀਤਮ ਨੂੰ ਭਾਵੇਂਗੀ। ਮਤ ਆਪਣੇ ਪ੍ਰੀਤਮ ਭਾਵੈ। ਮਤ ਦਾ ਮਤਲਬ ਫਿਰ ਤਾਂ। ਤੂੰ ਆਪਣੇ ਪ੍ਰੀਤਮ ਨੂੰ, ਆਪਣੇ ਮਾਲਕ ਨੂੰ ਤਾਂ ਚੰਗੀ ਲੱਗੇਗੀ ਜੇ ਮਾਣ ਛੱਡ ਕੇ ਆਵੇਂਗੀ, ਮਾਣ ਤਿਆਗ ਕੇ ਆਵੇਂਗੀ। ਤਜ ਮਾਨ ਮੋਹ ਵਿਕਾਰ ਦੂਜਾ। ਸੇਵ ਏਕ ਨਿਰੰਜਨ। ਆਪਣੇ ਹਿਰਦੇ ਦਾ ਮਾਣ ਛੱਡ, ਮੋਹ ਆਦਿਕ ਵਿਕਾਰਾਂ ਨੂੰ ਤਿਆਗ
ਤੇ ਸੇਵਾ ਦਾ ਭਾਵ ਆਪਣੇ ਹਿਰਦੇ 'ਚ ਰੱਖ। ਇੱਕ ਨਿਰੰਜਨ ਪਰਮੇਸ਼ਰ ਦੀ ਸੇਵਾ ਦਾ ਭਾਵ। ਗ੍ਰਸਤੀ ਵਿੱਚ ਘਟੋ ਘੱਟ ਇੱਕ ਗੁਣ ਸਭ ਤੋਂ ਵੱਧ ਇਹ ਹੋਣਾ ਚਾਹੀਦਾ ਸੇਵਾ ਦਾ। ਗ੍ਰਸਤੀ ਵਿੱਚ ਕੋਈ ਘਰ ਆ ਜਾਏ ਉਹਦੀ ਸੇਵਾ। ਪਰ ਸਾਡੇ ਚ ਗ੍ਰਸਤੀਆਂ ਵਿੱਚ ਆਪਾਂ ਗ੍ਰਸਤੀ ਬੈਠੇ ਆ, ਸਭ ਸੇਵਾ ਦਾ ਭਾਵ ਸਮਾਪਤ ਹੁੰਦਾ ਜਾ ਰਿਹਾ। ਇੱਕ ਪਰਿਵਾਰ ਦੇ ਘਰ ਪ੍ਰਾਹੁਣਾ ਆ ਗਿਆ। ਇੱਕ ਦਿਨ ਰਿਹਾ, ਪਰਿਵਾਰ ਵਾਲਿਆਂ ਨੇ ਬੜੀ ਸੇਵਾ ਕੀਤੀ। ਮੀਆਂ ਬੀਬੀ ਸੀ ਘਰ 'ਚ, ਦੋਨਾਂ ਨੇ ਸੇਵਾ, ਚੰਗੇ ਚੰਗੇ ਪਕਵਾਨ ਬਣਾਏ, ਦੂਜੇ ਦਿਨ ਵੀ ਬਣਾਏ। 2 ਦਿਨ ਜਦੋਂ ਬੀਤ ਗਏ ਤੇ ਹੁਣ ਦੋਵੇਂ ਬਹਿ ਕੇ ਮੀਆਂ ਬੀਬੀ ਗੱਲਾਂ ਕਰਨ ਵੀ ਇਹ ਤਾਂ ਜਾਂਦਾ ਹੀ ਨਹੀਂ ਪਿਆ ਪ੍ਰਾਹੁਣਾ। ਘਰ ਵਾਲੀ ਅੱਗੋਂ ਕਹਿਣ ਲੱਗੀ, ਪਤੀ ਦੇਵ ਹੋਰ ਬਣਾਓ ਪਕਵਾਨ, ਹੋਰ ਖਵਾਓ। ਚੰਗਾ ਚੰਗਾ ਖਾਣ ਨੂੰ ਉਹਨੂੰ ਮਿਲੇਗਾ, ਉਹਨੇ ਕਿੱਥੇ ਜਾਣਾ। ਕਹਿਣ ਲੱਗਾ ਵੀ ਹੁਣ ਕੀ ਕਰੀਏ। ਗੱਲਾਂ ਕਰ ਰਹੇ, ਪਤੀ ਦੇ ਦਿਮਾਗ 'ਚ ਇਹ ਗੱਲ ਆਈ ਵੀ ਆਪਾਂ ਇਦਾਂ ਕਰੀਏ ਵੀ ਉਹਨੂੰ ਖਾਣਾ ਹੀ ਨਾ ਦੇਈਏ, ਆਪੇ ਚਲਾ ਜਾਏਗਾ। ਉਹ ਕਹਿੰਦੇ 3 ਚੀਜ਼ਾਂ ਹੋਣ ਤੇ ਖਾਣਾ ਰੋਕ ਦਿਓ, ਤਿੰਨੇ ਚਲੀਆਂ ਜਾਂਦੀਆਂ। ਉਹ ਕਹਿੰਦੇ ਉਹ ਕਿਹੜੀਆਂ ਕਿਹੜੀਆਂ? ਜ਼ੁਕਾਮ ਲੱਗਾ ਹੋਵੇ, ਖਾਣਾ ਘੱਟ ਕਰ ਦਿਓ, ਰੋਕ ਦਿਓ ਜ਼ੁਕਾਮ ਠੀਕ। ਬੁਖਾਰ ਚੜਿਆ ਹੋਵੇ, ਖਾਣਾ ਘੱਟ ਕਰ ਦਿਓ, ਅੰਨ ਛੱਡ ਦਿਓ ਤੇ ਬੁਖਾਰ ਚਲਾ ਜਾਂਦਾ। ਜੇ ਪ੍ਰਾਹੁਣਾ ਘਰ ਵਿੱਚ ਆਇਆ, ਉਹਨੂੰ ਅੰਨ ਖਾਣਾ ਨਾ ਤਿਆਗ ਦਿਓ, ਉਹਨੂੰ ਨਾ ਦਿਓ ਤੇ ਉਹ ਵੀ ਚਲਾ ਜਾਂਦਾ, ਵੀ ਤਾਂ ਪੁੱਛਦੇ ਹੀ ਨਹੀਂ। ਉਹ ਕਹਿਣ ਲੱਗੀ ਵੀ ਗੱਲ ਤਾਂ ਤੁਹਾਡੀ ਸਹੀ ਹੈ, ਪਰ ਜਦੋਂ ਪਕਾ ਕੇ ਆਪਾਂ ਖਾਵਾਂਗੇ ਤੇ ਫਿਰ ਉਹਨੂੰ ਨਾ ਪੁੱਛਾਂਗੇ ਤਾਂ ਵੀ ਕਹਿੰਦੇ ਆਪਾਂ ਬਣਾਉਣਾ ਹੀ ਨਹੀਂ। ਇੱਕ ਦਾ ਦਿਨ ਫਾਕਾ ਆਪਾਂ ਵੀ ਕੱਟ ਲੈਨੇ ਆ। ਘਰ ਵਾਲੀ ਕਹਿੰਦੀ ਆ ਠੀਕ ਹੈ। ਪਤੀ ਉਹਨੂੰ ਕਹਿਣ ਲੱਗਾ ਵੀ ਤੂੰ ਭੋਜਨ ਪਕਾ। ਉਹ ਕਹਿੰਦੀ ਮੈਂ ਨਹੀਂ ਪਕਾਉਂਦੀ, ਕਿਉਂਕਿ ਨਾਟਕ ਕਰਨਾ ਸੀ, ਮੈਂ ਨਹੀਂ ਪਕਾਉਂਦੀ। ਉਹਨੂੰ ਝਿੜਕੇ ਵੀ ਨਹੀਂ ਪਕਾਉਂਦੀ। ਦਿਨ ਬੀਤ ਗਿਆ ਸਾਰਾ, ਉਹਨੇ ਭੋਜਨ ਨਹੀਂ ਪਕਾਇਆ, ਪ੍ਰਾਹੁਣਾ ਵੀ ਘਰ ਬੈਠਾ। ਅਖੀਰ ਨੂੰ ਸ਼ਾਮ ਨੂੰ ਪ੍ਰਾਹੁਣਾ ਜਾਣ ਲੱਗਾ, ਕਹਿੰਦਾ ਚੰਗਾ ਮੈਂ ਚੱਲਿਆ। ਉਹ ਬਾਹਰ ਨੂੰ ਗਿਆ। ਘਰ ਵਾਲੀ ਇਹਦੀ ਰੋ ਰਹੀ ਸੀ ਜਦੋਂ ਲੜਿਆ ਉਹਦੇ ਨਾਲ। ਉਹ ਕਹਿਣ ਲੱਗਾ ਭਗਵਾਨ ਨੇ ਮੈਂ ਕਿਹੜਾ ਤੇਰੇ ਨਾਲ ਸੱਚੀ ਮੁੱਚੀ ਲੜਦਾ ਸੀ। ਉਹ ਕਹਿੰਦੀ ਮੈਂ ਕਿਹੜਾ ਸੱਚੀ ਮੁੱਚੀ ਰੋਂਦੀ ਆ, ਮੈਂ ਵੀ ਝੂਠੀ ਮੁੱਠੀ ਰੋਂਦੀ ਆ। ਇਹਨੇ ਨੂੰ ਪ੍ਰਾਹੁਣਾ ਵੀ ਬੜਾ ਚਲਾਕ ਸੀ, ਬਾਹਰੋਂ ਅੰਦਰ ਆ ਗਿਆ, ਕਹਿੰਦਾ ਮੈਂ ਕਿਹੜਾ ਗਿਆ ਸੀ, ਮੈਂ ਵੀ ਝੂਠੀ ਮੁੱਠੀ ਗਿਆ ਸੀ। ਇਹ ਵਿਅੰਗ ਬਣੇ ਹੋਏ ਆ ਸਾਡੇ ਸਮਾਜ ਵਿੱਚ, ਅਕਸਰ ਇਹ ਪੜ੍ਹੇ ਸੁਣੇ ਜਾਂਦੇ, ਪਰ ਸੱਚਾਈ ਇਹੀ ਹੈ। ਗ੍ਰਸਤੀ ਦਾ ਧਰਮ ਹੈ ਸਭ ਤੋਂ ਪਹਿਲਾ ਪ੍ਰਮੁੱਖ ਧਰਮ ਹੈ ਸੇਵਾ ਦਾ। ਗ੍ਰਸਤੀ ਦਾ ਉਹਨੇ ਪਹਿਲਾਂ ਸੇਵਾ ਕਰਨੀ। ਇੱਕ ਹੋਰ ਵਿਅੰਗ ਇਸੇ ਤਰ੍ਹਾਂ ਦਾ, ਹਾਸ ਰਸ ਦੇ ਬਚਨ। ਪ੍ਰਾਹੁਣਾ ਆਇਆ ਬੈਠਾ, ਉਹਨੇ ਭੋਜਨ ਛਕਿਆ ਸਵੇਰੇ। ਦੁਪਹਿਰ ਨੂੰ ਭਾਗਵਾਨ ਆ ਕੇ ਪੁੱਛਣ ਲੱਗੀ ਪਤੀ ਦੇਵ ਪ੍ਰਸ਼ਾਦਾ। ਉਹ ਕਹਿਣ ਲੱਗੇ ਵੀ ਪ੍ਰਸ਼ਾਦਾ ਹੁਣ ਤਾਂ ਆਪਾਂ ਖਾਧਾ ਸਵੇਰੇ, ਵੀ ਹੁਣ ਫਿਰ ਪ੍ਰਸ਼ਾਦਾ? ਆਪਾਂ ਕੋਈ ਰਾਖਸ਼ਾਂ? ਹੁਣ ਉਹ ਜਿਹੜਾ ਪ੍ਰਾਹੁਣਾ ਬੈਠਾ ਸੀ ਹੁਣ ਉਹ ਖਾਵੇ ਤੇ ਰਾਖਸ਼। ਜਦੋਂ ਕਹੇ ਵੀ ਆਪਾਂ ਕੋਈ ਰਾਖਸ਼ਾਂ ਵੀ ਹੁਣ ਦੁਬਾਰਾ ਫਿਰ ਖਾ ਲਈਏ, ਇੱਕ ਵਾਰੀ ਖਾ ਲਿਆ ਬਹੁਤ ਹੋ ਗਿਆ। ਹੁਣ ਪ੍ਰਾਹੁਣਾ ਖਾਵੇ ਤੇ ਰਾਖਸ਼ ਬਣੇ, ਉਹ ਵੀ ਕਹਿੰਦਾ ਨਹੀਂ ਨਹੀਂ ਮੈਨੂੰ ਵੀ ਨਹੀਂ ਚਾਹੀਦਾ। ਰਾਤ ਪਈ, ਕਹਿੰਦੇ ਭੋਜਨ, ਕਹਿੰਦੀ ਤੂੰ ਫਿਰ ਕਹਿੰਦਾ ਅੱਜ ਫਿਰ ਆ ਗਈ ਹੈ ਪੁੱਛਣ। ਬਾਰ-ਬਾਰ ਖਾਣਾ ਰਾਖਸ਼ਾਂ ਦਾ ਹੁੰਦਾ। ਅਗਲੇ ਦਿਨ ਉਹਨੂੰ ਵੀ ਜਾਣਾ ਪਿਆ। ਇਹ ਵਿਅੰਗ ਬਣੇ ਹੋਏ, ਇਹ ਵਿਅੰਗ ਏਦਾਂ ਨਹੀਂ ਬਣੇ ਹੋਏ, ਇਹ ਸੱਚਾਈ ਹੈ ਸਾਡੇ ਸਮਾਜ ਦੀ।
ਗ੍ਰਸਤੀ ਦਾ ਕਰਤੱਵ ਹੈ, ਉਹਦਾ ਧਰਮ ਹੈ ਸੇਵਾ, ਤੇ ਉਹ ਵੀ ਸਾਡੇ ਅੰਦਰੋਂ ਖੁੰਝਦਾ ਜਾ ਰਿਹਾ। ਸਤਿਗੁਰਾਂ ਦੇ ਘਰ ਦੀ ਸੇਵਾ ਕਰੀਏ, ਅਭਿਆਗਤ ਦੀ ਸੇਵਾ ਕਰੀਏ, ਇਹ ਧਰਮ ਹੈ, ਇਹ ਕਰਤੱਵ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਤਜ ਮਾਨ ਮੋਹ ਵਿਕਾਰ ਦੂਜਾ, ਸੇਵ ਏਕ ਨਿਰੰਜਨੋ। ਸੇਵਾ ਕਰਨ ਵੇਲੇ ਇਹ ਭਾਵ ਰੱਖਣਾ ਕਿ ਸੇਵਾ ਮੈਂ ਨਿਰੰਜਨ ਦੀ, ਅਕਾਲ ਪੁਰਖ ਦੀ ਕਰ ਰਿਹਾ, ਮਨੁੱਖ ਦੀ ਨਹੀਂ ਸੇਵਾ। ਉਸ ਮਨੁੱਖ ਵਿੱਚ ਵਰਤਦੇ ਸਾਹਿਬ ਨੂੰ ਵੇਖ ਕੇ ਉਹਦੀ ਸੇਵਾ ਕਰਨੀ। ਭਾਈ ਕਨਈਆ ਜੀ ਕਹਿੰਦੇ, ਮੈਂ ਤਾਂ ਪਾਣੀ ਕਲਗੀਧਰ ਨੂੰ ਪਿਆਉਣਾ, ਮੈਂ ਨਹੀਂ ਜਾਣਦਾ ਕਿ ਅੱਗੇ ਕੋਈ ਮੁਸਲਮਾਨ ਹੈ ਕਿ ਪਹਾੜੀ ਹੈ ਕਿ ਸਿੱਖ ਹੈ। ਇਹ ਸੇਵਾ ਦਾ ਭਾਵ। ਏਦਾਂ ਮਹਾਰਾਜ ਜੀ ਕਹਿੰਦੇ, ਸੇਵਾ ਕਰ ਲਗ ਚਾਰਨ ਸ਼ਰਨ ਦਇਆਲ ਪ੍ਰੀਤਮ ਸਗਲ ਦੁਰਤ ਬਿਖੰਡਨ। ਦਿਆਲੂ ਪ੍ਰਭੂ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਕਮਲਾਂ ਦੀ ਸ਼ਰਨ ਚ ਲੱਗ। ਉਹ ਦਿਆਲ ਹੈ, ਉਹ ਪ੍ਰੀਤਮ ਹੈ ਸਾਰਿਆਂ ਦਾ। ਸਗਲ ਦੁਰਤ ਬਿਖੰਡਨੋ, ਸਾਰੇ ਦੁਰਤ ਦਾ ਮਤਲਬ ਹੁੰਦਾ ਭੈੜੀਆਂ ਬਿਰਤੀਆਂ, ਇਹਨਾਂ ਦਾ ਖੰਡਨ ਕਰ ਦਿੰਦਾ ਵਾਹਿਗੁਰੂ ਪਰਮੇਸ਼ਰ। ਜਦੋਂ ਉਹਦੇ ਚਰਨੀ ਲੱਗੀਏ, ਉਹਦੀ ਸ਼ਰਨ ਪਈਏ, ਤੇ ਮਾੜੀਆਂ ਬਿਰਤੀਆਂ ਨਸ਼ਟ ਭ੍ਰਸ਼ਟ ਹੁੰਦੀਆਂ ਹਨ। ਹੋਏ ਦਾਸ ਦਾਸੀ ਤਾਜੇ ਉਦਾਸੀ ਬਾਹੁੜ ਬਿਦੇ ਨਾ ਧਾਵਾ। ਇਹ ਭਾਈ ਰੱਬ ਦੇ ਦਾਸਾਂ ਦੀ ਦਾਸੀ ਹੋ, ਉਹਦੇ ਦਾਸਾਂ ਦੀ ਦਾਸੀ, ਯਾਨੀ ਕਿ ਉਹਦੇ ਸੇਵਕਾਂ ਦੇ ਸੇਵਕ। ਤਜ ਉਦਾਸੀ, ਆਪਣੇ ਹਿਰਦੇ ਦੀ ਨਮੋਸ਼ੀ ਨੂੰ ਛੱਡ। ਬਹੁੜ ਵਿਧੀ ਨਾ ਧਾਵਾ, ਬਹੁਰ ਫਿਰ ਕਿਸੇ ਪ੍ਰਕਾਰ ਨਾਲ ਤੇਰਾ ਭਜਣਾ ਨੱਠਣਾ ਨਹੀਂ ਹੋਵੇਗਾ। ਆਪਣੇ ਹਿਰਦੇ ਦੀ ਜਿਹੜੀ ਉਦਾਸੀ ਹੈ ਨਾ, ਨਮੋਸ਼ੀ ਜਿਹਨੂੰ ਆਪਾਂ ਕਹਿੰਦੇ ਆ, ਮਹਾਰਾਜ ਜੀ ਕਹਿੰਦੇ ਉਹ ਤਜ, ਖੇੜਾ ਰੱਖ ਹਿਰਦੇ 'ਚ, ਔਰ ਰੱਬ ਦੇ ਪਿਆਰਿਆਂ ਦੇ ਸੇਵਕਾਂ ਦਾ ਸੇਵਕ ਹੋ ਜਾ। ਜਦੋਂ ਉਹਨਾਂ ਦਾ ਸੇਵਕ ਹੋ ਜਾਏਗਾ, ਫਿਰ ਤੈਨੂੰ ਥਾਵਾਂ ਥਾਵਾਂ ਤੇ ਨਹੀਂ ਭੱਜਣਾ ਪਵੇਗਾ। ਹਾਂਜੀ। ਨਾਨਕ ਪਾਈ ਅੰਪੈ ਕਰਹੁ ਕਿਰਪਾ ਤਾਮ ਮੰਗਲ ਗਾਵਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਹੇ ਵਾਹਿਗੁਰੂ ਜੀ, ਇਦਾਂ ਕਹੋ, ਬੇਨਤੀ ਕਰੋ ਪਰਮੇਸ਼ਰ ਦੇ ਚਰਨਾਂ 'ਚ। ਪਏ ਅੰਪੈ ਦਾ ਮਤਲਬ ਹੁੰਦਾ ਬੇਨਤੀ। ਪਏ ਅੰਪੈ, ਪੈਰਾਂ ਵਿੱਚ ਅਰਪਣ ਕਰਕੇ ਜਿਹੜੀ ਬੇਨਤੀ ਕੀਤੀ, ਜਿਹਨੂੰ ਪਏ ਅੰਪੈ ਕਹਿੰਦੇ। ਪਏ ਨਾਮ ਚਰਨ, ਅੰਪੈ ਅਰਪਣ ਕਰਕੇ ਬੇਨਤੀ ਕਰਨੀ। ਪਏ ਅੰਪੈ ਦਾ ਮਤਲਬ ਹੈ ਬੇਨਤੀ। ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਸਾਹਿਬ ਕਹਿੰਦੇ, ਪੰਜਵੇਂ ਗੁਰੂ ਨਾਨਕ ਸਾਹਿਬ, ਪਏ ਅੰਪੈ, ਬੇਨਤੀ ਕਰੋ। ਕੀ ਬੇਨਤੀ ਕਰੋ? ਮਹਾਰਾਜ ਕਰੋ ਕਿਰਪਾ, ਸਾਡੇ ਤੇ ਕਿਰਪਾ ਕਰੋ। ਜਦੋਂ ਤੁਸੀਂ ਸਾਡੇ ਤੇ ਕਿਰਪਾ ਕਰੋਗੇ, ਤਾਮ ਮੰਗਲ ਗਾਵਾ, ਫਿਰ ਮੈਂ ਤੁਹਾਡੇ ਮੰਗਲ ਗਾਵਾਂਗਾ, ਫਿਰ ਤੁਹਾਡੀਆਂ ਸਿਫਤਾਂ ਗਾਵਾਂਗਾ। ਜੇ ਤੁਸੀਂ ਕਿਰਪਾ ਕਰੋਗੇ, ਬਿਨਾਂ ਤੁਹਾਡੀ ਕਿਰਪਾ ਤੋਂ ਮੈਂ ਨਹੀਂ ਗਾ ਸਕਦਾ। ਤੁਹਾਡੇ ਗੁਣ ਤਾਂ ਕਹਾਂਗਾ ਜੇ ਤੁਸੀਂ ਕਹਾਓਗੇ, ਤੁਹਾਡੇ ਗੁਣ ਤਾਂ ਗਾਵਾਂਗਾ ਜੇ ਤੁਸੀਂ ਗਵਾਓਗੇ। ਮਹਾਰਾਜ ਜੀ ਆਪ ਕਿਰਪਾ ਕਰੋ, ਦਇਆ ਕਰੋ, ਰਹਿਮਤ ਕਰੋ ਕਿ ਅਸੀਂ ਤੁਹਾਡੇ ਗੁਣ ਗਾਈਏ ਮਹਾਰਾਜ, ਤੁਹਾਡੀਆਂ ਸਿਫਤਾਂ ਗਾਈਏ, ਤੁਹਾਡੀਆਂ ਵਡਿਆਈਆਂ ਗਾਈਏ। ਇਹ ਪਹਿਲਾ ਛੰਤ ਇੱਥੇ ਸੰਪੰਨ ਹੋਇਆ। ਗੁਰੂ ਸਾਹਿਬ ਜੀ ਕਿਰਪਾ ਕਰਨ ਸਾਡਾ ਸਾਰਿਆਂ ਦਾ। ਗਾਵਿਆ ਸੁਣਿਆ ਪਾਤਸ਼ਾਹ ਥਾਏ ਪਾ ਲੈਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਅਰਦਾਸ ਕਰਨੀ ਕਿ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਔਰ ਸੁਮਤ ਪ੍ਰਦਾਨ ਕਰਨ। ਸਾਧ ਸੰਗਤ ਜੀ, ਬੇਨਤੀ ਹੈ, ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਗੁਰਦੇਵ ਪਾਤਸ਼ਾਹ, ਗੁਰਦੇਵ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜਾ 21 ਅਪ੍ਰੈਲ ਨੂੰ ਆ ਰਿਹਾ ਹੈ, ਜਿਸ ਦੇ ਸਬੰਧ ਵਿੱਚ 20 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਪਾਤਸ਼ਾਹੀ 9ਵੀਂ ਤੋਂ ਸਵੇਰੇ 11 ਵਜੇ ਨਗਰ ਕੀਰਤਨ ਪ੍ਰਾਰੰਭ ਹੋਣਗੇ।
ਜੋ ਸ਼ਹਿਰ ਦੇ ਬਾਜ਼ਾਰਾਂ ਚੋਂ ਹੁੰਦਿਆਂ ਦਰਸ਼ਨ ਦਿਦਾਰੇ ਸੰਗਤਾਂ ਨੂੰ ਬਖਸ਼ਦਿਆਂ ਸਤਿਗੁਰੂ ਜੀ ਨਗਰ ਕੀਰਤਨ ਸਮੇਤ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਸ਼ਾਮ ਨੂੰ ਸਮਾਪਤੀ ਹੋਵੇਗੀ। 20 ਤਰੀਕ ਨੂੰ ਰਾਤ ਦੇ ਦੀਵਾਨ ਗੁਰਦੁਆਰਾ ਮੋਤੀ ਬਾਗ ਸਾਹਿਬ ਸਜਣਗੇ। 21 ਤਰੀਕ ਨੂੰ ਵੀ ਸਵੇਰੇ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸੇਵਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਕਰਨੈਲ ਸਿੰਘ ਜੀ ਹਾਜ਼ਰੀ ਭਰਨਗੇ ਔਰ ਦੁਪਹਿਰ ਦੇ 2 ਵਜੇ ਤੱਕ ਦੀਵਾਨ ਸਜਣਗੇ 21 ਤਰੀਕ ਨੂੰ। ਉਪਰੰਤ ਰਾਤ ਨੂੰ 7 ਵਜੇ ਤੋਂ ਲੈ ਕੇ 11 ਸ਼ਾਮ ਦੇ 4 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਨਿਰੰਤਰ ਦੀਵਾਨ ਸਜਣਗੇ। ਉਹਨਾਂ ਸਾਰਿਆਂ ਦੀਵਾਨਾਂ ਵਿੱਚ ਨਗਰ ਕੀਰਤਨਾਂ ਵਿੱਚ ਆਪ ਜੀ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।